Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਤੀਜਾ। ਗੁਰਮੁਖ ਸੇਵਾ ਪ੍ਰਾਨ ਆਧਾਰਾ, ਹਰਿ ਜਿਉ ਰਾਖੋ ਹਿਰਦੈ ਉਰ ਧਾਰਾ, ਗੁਰਮੁਖ ਸੋਭਾ ਸਾਚ ਦੁਆਰਾ। ਇਸ ਪੂਰੇ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਜੀ ਪੰਡਤ ਨੂੰ ਨਸੀਹਤਾਂ ਕਰ ਰਹੇ ਹਨ। ਇਹ ਗੱਲ ਸਾਨੂੰ ਰਹਾਉ ਵਾਲੀ ਪੰਕਤੀ ਤੋਂ ਪਤਾ ਚੱਲਦੀ ਹੈ, ਜਿੱਥੇ ਗੁਰੂ ਜੀ ਕਹਿੰਦੇ ਹਨ ਕਿ ਪੰਡਤ ਹਰ ਪੜ ਤਜੋ ਵਿਕਾਰਾ, ਗੁਰਮੁਖ ਭੌਜਲ ਉਤਰੋ ਪਾਰਾ ਰਹਾਉ। ਜੋ ਪਹਿਲੀਆਂ ਪੰਕਤੀਆਂ ਹਨ ਉਹਨਾਂ ਦੀ ਵਿਆਖਿਆ ਕਰਦੇ ਹਾਂ। ਗੁਰਮੁਖ ਸੇਵਾ ਪ੍ਰਾਨ ਆਧਾਰਾ, ਕਿ ਹੇ ਪੰਡਤ, ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ, ਇਹ ਤੇਰੇ ਪ੍ਰਾਣਾਂ ਦਾ, ਤੇਰੀ ਜਿੰਦ ਦਾ ਆਸਰਾ ਹੈ। ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਸਾਂਭ ਕੇ ਰੱਖ, ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖ। ਤੂੰ ਗੁਰਮੁਖ ਬਣ, ਗੁਰੂ ਦੇ ਸਨਮੁਖ ਰਹਿ, ਕਿਉਂਕਿ ਜੋ ਗੁਰਮੁਖ ਹੁੰਦਾ ਹੈ ਉਸ ਪ੍ਰਮਾਤਮਾ ਦੇ ਦਰ 'ਤੇ ਉਹਨੂੰ ਸੋਭਾ ਹਾਸਲ ਹੁੰਦੀ ਹੈ। ਪੰਡਤ ਹਰ ਪੜ ਤਜੋ ਵਿਕਾਰਾ, ਕਿ ਹੇ ਪੰਡਤ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਪੜ੍ਹ ਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ। ਗੁਰਮੁਖ ਭੌਜਲ ਉਤਰੋ ਪਾਰਾ ਰਹਾਉ। ਜੇ ਤੂੰ ਗੁਰਮੁਖ ਬਣ ਗਿਆ ਤਾਂ ਇਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ, ਇਸ ਸੰਸਾਰ ਸਮੁੰਦਰ ਨੂੰ ਤਰ ਕਰ ਸਕੇਗਾ। ਗੁਰਮੁਖ ਵਿੱਚੋਂ ਹਉਮੈ ਜਾਏ, ਗੁਰਮੁਖ ਮੈਲ ਨਾ ਲਾਗੈ ਆਏ, ਗੁਰਮੁਖ ਨਾਮ ਵਸੈ ਮਨ ਆਏ। ਜਦੋਂ ਮਨੁੱਖ ਗੁਰਮੁਖ ਹੋ ਗਿਆ, ਗੁਰੂ ਦੀ ਸ਼ਰਨ ਪੈ ਗਿਆ, ਗੁਰੂ ਦੇ ਲੜ ਲੱਗ ਗਿਆ, ਤਾਂ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਉਹਦੀ ਮੈਂ ਖਤਮ ਹੋ ਜਾਂਦੀ ਹੈ। ਉਹਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਵਿਕਾਰਾਂ ਦੀ ਮੈਲ ਉਹਦੇ ਨੇੜੇ ਵੀ ਨਹੀਂ ਢੁਕਦੀ, ਤੇ ਉਹਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ। ਗੁਰਮੁਖ ਨਾਮ ਵਸੈ ਮਨ ਆਏ, ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ। ਗੁਰਮੁਖ ਹੋਇਆਂ ਮਨੁੱਖ ਦੇ ਜੋ ਕਰਮ ਧਰਮ ਹਨ ਉਹ ਇਸ ਪ੍ਰਕਾਰ ਦੇ ਹੋ ਜਾਂਦੇ ਨੇ, ਜਿਹੜੇ ਉਹਨੂੰ ਉਸ ਪਰਮਾਤਮਾ ਦੇ ਵਿੱਚ ਲੀਨ ਕਰਦੇ ਨੇ, ਜਿਹੜੇ ਉਸ ਪਰਮਾਤਮਾ ਦੇ ਮਨੁੱਖ ਨੂੰ ਨੇੜੇ ਲੈ ਕੇ ਜਾਂਦੇ ਨੇ। ਗੁਰਮੁਖ ਕਰਮ ਧਰਮ ਸੱਚ ਹੋਈ। ਸੱਚ ਤੋਂ ਭਾਵ ਪਰਮਾਤਮਾ। ਦੇਖੋ, ਕਰਮ ਧਰਮ ਮਨੁੱਖ ਬਹੁਤ ਸਾਰੇ ਕਰਦਾ ਹੈ। ਪਹਿਲੇ ਜ਼ਮਾਨਿਆਂ ਦੇ ਵਿੱਚ ਵੀ ਕਰਮ ਕਾਂਡ ਹੁੰਦੇ ਸਨ, ਅੱਜ ਵੀ ਹੋ ਰਹੇ ਨੇ, ਤੇ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਜ਼ਿਆਦਾਤਰ ਕਰਮ ਕਾਂਡ ਮਨੁੱਖ ਦੀ ਕਿਸੇ ਨਾ ਕਿਸੇ ਲਾਲਸਾ ਦੇ ਵਿੱਚੋਂ ਉਪਜਦੇ ਨੇ। ਉਹ ਆਪਣੀ ਕਿਸੇ ਮਨੋਕਾਮਨਾ ਦੀ ਪੂਰਤੀ ਦੇ ਲਈ ਜਾਂ ਮਨੋਕਾਮਨਾ ਦੀ ਪੂਰਤੀ ਦੀ ਅਰਦਾਸ ਕਰਨ ਦੇ ਲਈ ਕਰਮ ਧਰਮ ਕਰਦਾ ਹੈ। ਉਹਦੇ ਪਿੱਛੇ ਇੱਕ ਲਾਲਸਾ ਹੁੰਦੀ ਹੈ ਕਿ ਜੇਕਰ ਮੈਂ ਇਹ ਕਰਮ ਕਰੂੰਗਾ ਤਾਂ ਸ਼ਾਇਦ ਮੇਰੀ ਇਹ ਮਨੋਕਾਮਨਾ ਪ੍ਰਮਾਤਮਾ ਪੂਰੀ ਕਰੇਗਾ। ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਰਮ ਧਰਮ ਕੀਤੇ ਜਾਂਦੇ ਨੇ। ਤਾਂ ਅਜਿਹੇ ਜੋ ਕਰਮ ਧਰਮ ਨੇ ਉਹ ਤੁਹਾਨੂੰ ਅਸਲ ਦੇ ਵਿੱਚ ਪ੍ਰਮਾਤਮਾ ਦੇ ਨਾਲ ਨਹੀਂ ਜੋੜਦੇ, ਉਹ ਤੁਹਾਨੂੰ ਦੁਨਿਆਵੀ ਮੋਹ ਦੇ ਨਾਲ, ਮਾਇਆ ਦੇ ਨਾਲ ਹੀ ਜੋੜ ਰਹੇ ਨੇ। ਤੇ ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਗੁਰੂ ਦੇ ਸਨਮੁਖ ਹੋ ਜਾਂਦੇ ਹਾਂ, ਗੁਰਮੁਖ ਬਣ ਜਾਂਦੇ ਹਾਂ, ਤਾਂ ਅਸੀਂ ਇਸ ਦੁਨਿਆਵੀ ਕਰਮ ਕਾਂਡ ਤੋਂ ਦੂਰ ਹੋ ਕੇ ਅਜਿਹੇ ਕਰਮ ਧਰਮ ਦੇ ਵਿੱਚ ਪੈ ਜਾਂਦੇ ਹਾਂ ਜੋ ਸਾਨੂੰ ਪ੍ਰਮਾਤਮਾ ਦੇ ਵੱਲ ਨੂੰ ਲੈ ਕੇ ਜਾਂਦਾ ਹੈ। ਅਸੀਂ ਉਸ ਪ੍ਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਅਜਿਹੇ ਕਰਮ ਕਰਦੇ ਹਾਂ ਜਿਹਦੇ ਨਾਲ ਕਿ ਉਸ ਪ੍ਰਮਾਤਮਾ ਨੂੰ ਅਸੀਂ ਕਣ ਕਣ ਦੇ ਵਿੱਚੋਂ ਮਹਿਸੂਸ ਕਰ ਸਕੀਏ। ਜੇਕਰ ਮਹਿਸੂਸ ਕਰ ਪਾਵਾਂਗੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਅਸੀਂ ਉਸ ਪ੍ਰਮਾਤਮਾ ਦੇ ਨਾਲ ਜੁੜ ਵੀ ਪਾਵਾਂਗੇ। ਤੇ ਜਦੋਂ ਅਸੀਂ ਦੁਨਿਆਵੀ ਕਰਮ ਕਾਂਡ ਕਰ ਰਹੇ ਹੁੰਦੇ ਹਾਂ ਉਦੋਂ ਸਾਡਾ ਧਿਆਨ ਇਹ ਹੁੰਦਾ ਹੈ ਕਿ ਇਹ ਕਰਮ ਕਾਂਡ ਦੀ ਜੋ ਵਿਧੀ ਹੈ
ਉਹ ਅਸੀਂ ਸੰਪੂਰਨਤਾ ਦੇ ਨਾਲ ਸੰਪੰਨ ਕਰੀਏ। ਉਸ ਵਿਧੀ ਨੂੰ ਫੋਲੋ ਕਰਨ ਦੇ ਵਿੱਚ ਸਾਡੇ ਤੋਂ ਕੋਈ ਕੁਤਾਹੀ ਨਾ ਹੋਵੇ। ਤੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਜੇ ਕੁਤਾਹੀ ਹੋ ਗਈ ਤਾਂ ਜਿਸ ਮਨੋਕਾਮਨਾ ਨੂੰ ਲੈ ਕੇ ਮੈਂ ਇਹ ਕਰਮ ਕਰ ਰਿਹਾ ਹਾਂ ਉਹ ਸੰਪੂਰਨ ਨਹੀਂ ਹੋਏਗੀ, ਉਹ ਆਸ ਮੇਰੀ ਪੂਰੀ ਨਹੀਂ ਹੋਏਗੀ ਜੇਕਰ ਮੈਂ ਇਸ ਵਿਧੀ ਨੂੰ ਕਰਨ ਦੇ ਵਿੱਚ ਕੋਈ ਕੁਤਾਹੀ ਕਰ ਦਿੱਤੀ ਤਾਂ। ਤੁਸੀਂ ਖੁਦ ਸੋਚ ਕੇ ਵੇਖੋ ਕਿ ਕੀ ਅਸੀਂ ਉਸ ਹਾਲਾਤ ਦੇ ਵਿੱਚ ਉਸ ਪ੍ਰਮਾਤਮਾ ਦੇ ਬਾਰੇ ਸੋਚ ਵੀ ਰਹੇ ਹਾਂ। ਖੁਦ ਸੋਚ ਕੇ ਵੇਖੋ ਕਿ ਜਦੋਂ ਸਾਡੇ ਮਨ ਦੇ ਵਿੱਚ ਇਸ ਪ੍ਰਕਾਰ ਦੇ ਖਿਆਲਾਤ ਚੱਲ ਰਹੇ ਨੇ ਤਾਂ ਅਸੀਂ ਉਸ ਪ੍ਰਮਾਤਮਾ ਨਾਲ ਕਿਵੇਂ ਜੁੜ ਸਕਦੇ ਹਾਂ। ਧਿਆਨ ਤੇ ਸਾਡਾ ਸਿਰਫ ਦੁਨਿਆਵੀ ਗੱਲਾਂ ਦੇ ਵਿੱਚ ਲੱਗਿਆ ਹੁੰਦਾ ਹੈ। ਸੋ ਇਸੇ ਲਈ ਗੁਰੂ ਜੀ ਉਸ ਪੰਡਤ ਨੂੰ ਵੀ ਗੁਰਮੁਖ ਬਣਨ ਦੀ ਹਦਾਇਤ ਕਰ ਰਹੇ ਨੇ, ਕਿਉਂਕਿ ਗੁਰਮੁਖ ਕਰਮ ਧਰਮ ਸੱਚ ਹੋਈ। ਗੁਰਮੁਖ ਦਾ ਕਰਮ ਧਰਮ ਅਜਿਹਾ ਹੋ ਜਾਂਦਾ ਹੈ ਜੋ ਉਹਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਂਦਾ ਹੈ। ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਆਪਣੇ ਅੰਦਰੋਂ ਹੰਕਾਰ ਨੂੰ ਤੇ ਦਵੈਤ ਨੂੰ ਜਲਾ ਦਿੰਦਾ ਹੈ। ਦਵੈਤ ਤੋਂ ਭਾਵ ਤੇਰ ਮੇਰ, ਉਹ ਆਪਣੇ ਅੰਦਰੋਂ ਇਹ ਚੀਜ਼ ਨੂੰ ਖਤਮ ਕਰ ਲੈਂਦਾ ਹੈ ਕਿ ਇਹ ਤੇਰਾ ਹੈ, ਇਹ ਮੇਰਾ ਹੈ। ਉਹਦੇ ਅੰਦਰ ਇਹ ਖਿਆਲ ਘਰ ਕਰ ਜਾਂਦਾ ਹੈ ਕਿ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਹੈ। ਗੁਰਮੁਖ ਨਾਮ ਰਤੇ ਸੁਖ ਹੋਈ, ਜੋ ਗੁਰਮੁਖ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿ ਕੇ ਸੁਖ ਪ੍ਰਾਪਤ ਕਰਦਾ ਹੈ, ਆਨੰਦ ਦੇ ਵਿੱਚ ਰਹਿੰਦਾ ਹੈ। ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ। ਜਿਸ ਮਨੁੱਖ ਨੇ ਆਪਣਾ ਮਨ ਜਗਾ ਲਿਆ, ਪ੍ਰਬੋਧੋ ਤੋਂ ਭਾਵ ਜਗਾ ਲੈਣਾ, ਬੂਝੋ ਸੋਈ, ਉਹੀ ਮਨੁੱਖ ਉਸ ਪਰਮਾਤਮਾ ਦੀ ਹਸਤੀ ਨੂੰ ਬੁੱਝ ਸਕਦਾ ਹੈ। ਸੋ ਗੁਰੂ ਜੀ ਉਸ ਪੰਡਤ ਨੂੰ ਹਦਾਇਤ ਕਰਦੇ ਹੋਏ ਕਹਿੰਦੇ ਨੇ ਕਿ ਹੇ ਪੰਡਤ, ਤੂੰ ਪਹਿਲਾਂ ਆਪਣਾ ਮਨ ਜਗਾ, ਆਪਣਾ ਮਨ ਜਗਾ ਕੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝ। ਉਸ ਪਰਮਾਤਮਾ ਦੀ ਹਸਤੀ ਨੂੰ ਸਮਝੇ ਬਿਨਾ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਤਾਂ ਲੋਕ ਕਦੇ ਵੀ ਨਹੀਂ ਸੁਣਦੇ। ਜਦ ਤੱਕ ਤੁਸੀਂ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਰਵਾ ਸਕਦੇ ਕਿ ਉਹ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਮੌਜੂਦ ਹੈ, ਉਦੋਂ ਤੱਕ ਲੋਕ ਤੁਹਾਡੀ ਗੱਲ ਨਹੀਂ ਸੁਣਨਗੇ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਇਸ ਭੇਤ ਨੂੰ ਸਮਝ ਲੈਂਦਾ ਹੈ। ਗੁਰਮੁਖ ਸਮਝੋ ਸਦਾ ਸੁਖ ਹੋਈ, ਤੇ ਉਸ ਤੋਂ ਬਾਅਦ ਉਹ ਸਦਾ ਹੀ ਸੁੱਖ ਦੇ ਵਿੱਚ ਰਹਿੰਦਾ ਹੈ, ਸਦਾ ਆਨੰਦ ਦੇ ਵਿੱਚ ਰਹਿੰਦਾ ਹੈ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰ ਨਾ ਕਾਈ। ਆਪਣੇ ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਧਾਰਮਿਕ ਵਿਖਾਵੇ ਕਰਦਾ ਹੈ, ਬੜੀਆਂ ਚਤੁਰਾਈਆਂ ਕਰਦਾ ਹੈ। ਜ਼ਰਾ ਸੋਚੋ ਕਿ ਇਹ ਚਤੁਰਾਈ ਨਹੀਂ ਕਿ ਅਸੀਂ ਆਪਣੇ ਆਪ ਨੂੰ ਬਾਹਲੇ ਚਲਾਕ ਨਹੀਂ ਸਮਝਦੇ। ਜਦੋਂ ਅਸੀਂ ਉਸ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕੋਈ ਕਰਮ ਕਾਂਡ ਕਰਦੇ ਹਾਂ, ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਸਾਡੇ ਵੱਲੋਂ ਕੀਤੇ ਹੋਏ ਇੱਕ ਇਹ ਛੋਟੇ ਜਿਹੇ ਕਰਮ ਦੇ ਨਾਲ ਪਰਮਾਤਮਾ ਖੁਸ਼ ਹੋ ਜਾਏਗਾ, ਉਸ ਵਕਤ ਕੀ ਅਸੀਂ ਆਪਣੇ ਆਪ ਨੂੰ ਬੜੇ ਚਲਾਕ ਨਹੀਂ ਸਮਝ ਰਹੇ ਹੁੰਦੇ, ਬੜੇ ਚਤੁਰ ਨਹੀਂ ਸਮਝ ਰਹੇ ਹੁੰਦੇ ਕਿ ਉਸ ਅਸੀਮ ਹਸਤੀ ਦੇ ਮਾਲਕ ਪਰਮਾਤਮਾ ਨੂੰ ਅਸੀਂ ਇਸ ਛੋਟੇ ਜਿਹੇ ਕਾਰਜ ਨਾਲ ਖੁਸ਼ ਕਰਨ ਲੱਗੇ ਹਾਂ, ਉਹ ਵੀ ਇੱਕ ਦੁਨਿਆਵੀ ਕਰਮ ਕਾਂਡ ਨਾਲ। ਉਹ ਪਰਮਾਤਮਾ ਬਹੁਤ ਅਸੀਮ, ਬਹੁਤ ਬੇਅੰਤ ਹਸਤੀ ਹੈ। ਇਹਨਾਂ ਦੁਨਿਆਵੀ ਕਰਮ ਕਾਂਡਾਂ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੇ ਸਿਰਫ ਚਾਹੁੰਦਾ ਹੈ ਕਿ ਅਸੀਂ ਉਹਦੀ ਮੌਜੂਦਗੀ ਨੂੰ ਮੰਨ ਲਈਏ, ਉਹਦੀ ਮੌਜੂਦਗੀ ਨੂੰ ਮੰਨ ਕੇ ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ। ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਇਹ ਕਰਮ ਕਾਂਡਾਂ ਦੇ ਰਾਹੀਂ ਜੋ ਕੁਝ ਵੀ ਮਨੁੱਖ ਕਮਾਉਂਦਾ ਹੈ ਉਸ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। ਆਵੈ ਜਾਵੈ ਠੌਰ ਨਾ ਕਾਈ, ਇਹਨਾਂ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਉਹਦੇ ਮਨ ਨੂੰ ਟਿਕਾਣਾ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜਿਉ ਲਾਏ ਬਾਹੈ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛਤਾਨਾ। ਇਹ ਮਨਮੁਖ ਕਰਮ ਕਾਂਡ ਕਰਦਾ ਹੈ ਤੇ ਆਪਣੇ ਅੰਦਰ ਅਭਿਮਾਨ ਪੈਦਾ ਕਰਦਾ ਜਾਂਦਾ ਹੈ। ਜਿੰਨੇ ਜ਼ਿਆਦਾ ਉਹ ਧਾਰਮਿਕ ਕਰਮ ਕਾਂਡ ਕਰਦਾ ਹੈ
ਉਨਾ ਹੀ ਹੰਕਾਰੀ ਹੋਈ ਜਾਂਦਾ ਹੈ ਕਿ ਮੈਂ ਇਹ ਕਰਮਕਾਂਡ ਕਰਦਾ ਹਾਂ, ਕਿ ਮੈਂ ਬੜਾ ਧਾਰਮਿਕ ਹਾਂ। ਇਹ ਗੱਲ ਉਹਦੇ ਅੰਦਰ ਵਸਦੀ ਜਾਂਦੀ ਹੈ। ਕਹਿੰਦੇ ਜਿਵੇਂ ਬਗਲਾ ਸਮਾਧੀ ਲਾਈ ਬੈਠਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਮਨਮੁਖ ਮਨੁੱਖ ਵੀ ਧਿਆਨ ਲਾ ਕੇ ਰੱਖਦਾ ਹੈ, ਕੋਸ਼ਿਸ਼ ਕਰਦਾ ਹੈ ਸਮਾਧੀ ਲਾਉਣ ਦੀ, ਤੇ ਜਦੋਂ ਮੌਤ ਆ ਚੰਬੜਦੀ ਹੈ ਉਦੋਂ ਹੀ ਪਛਤਾਉਂਦਾ ਹੈ, ਤਦ ਤੱਕ ਨਹੀਂ ਪਛਤਾਉਂਦਾ। ਜਦ ਕੋਈ ਵਿਪਤਾ ਆ ਪੈਂਦੀ ਹੈ ਤੇ ਉਸ ਵਿਪਤਾ ਦੇ ਸਮੇਂ ਕੋਈ ਵੀ ਕਰਮਕਾਂਡ ਉਹਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਨਹੀਂ ਕਰ ਪਾਉਂਦਾ, ਉਦੋਂ ਉਹ ਪਛਤਾਉਂਦਾ ਹੈ। ਤੇ ਤਰਾਸਦੀ ਦੀ ਗੱਲ ਇਹ ਹੈ ਕਿ ਉਸ ਪਛਤਾਵੇ ਦੇ ਦੌਰਾਨ ਵੀ ਉਹ ਕਰਮਕਾਂਡ ਵੱਲ ਨੂੰ ਹੀ ਦੌੜਦਾ ਹੈ। ਉਸ ਵਕਤ ਵੀ ਉਹ ਇਸ ਗੱਲ ਨੂੰ ਨਹੀਂ ਸਮਝਦਾ ਕਿ ਜੇਕਰ ਕਰਮਕਾਂਡਾਂ ਦੇ ਉੱਤੇ ਆਪਣਾ ਸਮਾਂ ਤੇ ਊਰਜਾ ਬਰਬਾਦ ਕਰਨ ਦੀ ਬਜਾਏ ਉਸ ਪਰਮਾਤਮਾ ਨੂੰ ਸਮਝਣ ਦੀ, ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਅੱਜ ਵਿਪਤਾ ਦੀ ਘੜੀ ਦੇ ਵਿੱਚ ਉਹਦਾ ਮਨ ਸ਼ਾਂਤ ਹੋਣਾ ਸੀ, ਸਥਿਰ ਹੋਣਾ ਸੀ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰੂ ਦੀ ਸੇਵਾ ਕੀਤੇ ਬਿਨਾਂ ਵਿਕਾਰਾਂ ਤੋਂ, ਕਰਮਕਾਂਡਾਂ ਤੋਂ, ਦੁਨਿਆਵੀ ਦਿਖਾਵਿਆਂ ਤੋਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰਦਾਤਾ ਜੁਗ ਚਾਰੇ ਹੋਈ। ਤੇ ਗੁਰੂ ਚਾਰਾਂ ਯੁੱਗਾਂ ਦੇ ਵਿੱਚ ਹੀ ਮੌਜੂਦ ਹੈ ਜਾਂ ਸੀ, ਤੇ ਹਰ ਵਕਤ ਹੀ ਗੁਰੂ ਦਾਤਾ ਹੈ। ਉਹ ਪਰਮਾਤਮਾ ਦੀ ਨਾਮ ਦੀ ਦਾਤ ਬਖਸ਼ਣ ਵਾਲਾ ਹੈ। ਇਹਨਾਂ ਪੰਕਤੀਆਂ ਦੇ ਰਾਹੀਂ ਕਿਤੇ ਨਾ ਕਿਤੇ ਗੁਰੂ ਜੀ ਇਹ ਜੋ ਚਾਰ ਯੁੱਗਾਂ ਵਾਲੀ ਗੱਲ ਹੈ, ਇਸ ਨੂੰ ਖੰਡਿਤ ਕਰਦੇ ਹਨ ਤੇ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਚਾਰ ਯੁੱਗਾਂ ਦਾ ਡੰਬ ਦੁਨਿਆਵੀ ਲੋਕਾਂ ਦੁਆਰਾ ਬਣਾਇਆ ਗਿਆ ਹੈ। ਉਸ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਹਰ ਯੁੱਗ, ਹਰ ਦਿਨ, ਹਰ ਸਮਾਂ ਇੱਕ ਬਰਾਬਰ ਹੈ। ਜੇ ਅਸੀਂ ਕਲਯੁੱਗ ਦੀ ਪਰਿਭਾਸ਼ਾ ਤੇ ਜਾਈਏ ਤਾਂ ਅਸੀਂ ਪਾਵਾਂਗੇ ਕਿ ਦੁਨੀਆ ਦਾ ਇਤਿਹਾਸ ਪੁਰਾਣੇ ਤੋਂ ਪੁਰਾਣਾ ਵੀ ਜੇਕਰ ਅਸੀਂ ਖੰਗਾਲ ਕੇ ਦੇਖ ਲਈਏ ਤਾਂ ਉਸ ਪੁਰਾਣੇ ਤੋਂ ਪੁਰਾਣੇ ਸਮੇਂ ਦੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਜੇਕਰ ਤੁਸੀਂ ਵੇਖੋ ਤਾਂ ਤੁਸੀਂ ਇਹੀ ਕਹਿ ਪਾਓਗੇ ਕਿ ਇਹ ਕਲਯੁੱਗ ਸੀ। ਅੱਜ ਵੀ ਕਲਯੁੱਗ ਹੈ। ਤਾਂ ਇਹ ਤੋਂ ਪਹਿਲਾਂ ਦੇ ਜੋ ਸਤਯੁੱਗ ਵਗੈਰਾ ਸਨ, ਉਹ ਕਦੋਂ ਸਨ? ਕੀ ਉਹ ਉਦੋਂ ਸੀ ਜਦੋਂ ਮਨੁੱਖ ਹੈ ਹੀ ਨਹੀਂ ਸੀ? ਕਿਉਂਕਿ ਜਦ ਤੋਂ ਮਨੁੱਖ ਇਸ ਸ੍ਰਿਸ਼ਟੀ ਦੇ ਵਿੱਚ ਹੈ, ਜਦ ਤੋਂ ਮਨੁੱਖ ਦਾ ਇਤਿਹਾਸ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ, ਉਦੋਂ ਤੋਂ ਹੀ ਇਹ ਸਭ ਕੁਝ ਵਰਤਾਰੇ ਵਾਪਰਦੇ ਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਕਲਯੁਗੀ ਵਰਤਾਰੇ ਕਹਿੰਦੇ ਹਾਂ। ਮਨੁੱਖੀ ਇਤਿਹਾਸ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੂਜਿਆਂ ਦੇ ਉੱਤੇ ਜ਼ੁਲਮ, ਆਪਣੇ ਆਪ ਦੀ ਰੱਖਿਆ ਕਰਨ ਦੇ ਲਈ ਜਾਂ ਆਪਣੇ ਤਾਮੇ ਜਾਮੇ ਨੂੰ ਵਧਾਉਣ ਦੇ ਲਈ ਕੀਤੇ ਜਾ ਰਹੇ ਨੇ, ਕੀਤੇ ਜਾਂਦੇ ਰਹੇ ਨੇ। ਇਤਿਹਾਸ ਦਾ ਕੋਈ ਵੀ ਸਮਾਂ ਅਜਿਹਾ ਨਹੀਂ ਹੋਏਗਾ ਜਦੋਂ ਕਲਯੁਗੀ ਵਰਤਾਰੇ ਨਾ ਵਾਪਰੇ ਹੋਣ। ਇਸੇ ਲਈ ਹੀ ਕਹਿ ਰਹੇ ਹਾਂ ਕਿ ਇਹਦਾ ਮਤਲਬ ਤਾਂ ਜਦ ਤੋਂ ਮਨੁੱਖ ਇਸ ਸ੍ਰਿਸ਼ਟੀ ਦੇ ਵਿੱਚ ਹੈ, ਉਦੋਂ ਤੋਂ ਕਲਯੁਗ ਹੀ ਚੱਲਦਾ ਆ ਰਿਹਾ ਹੈ। ਤਾਂ ਫਿਰ ਜਿਹੜੇ ਸਤਯੁੱਗ ਤੇ ਤ੍ਰੇਤਾ ਯੁੱਗ ਅਜਿਹੇ ਜੋ ਬਾਕੀ ਦੇ 3 ਯੁੱਗ ਸਨ, ਉਹ ਕਦੋਂ ਸਨ? ਸੋ ਇਸ ਤਰ੍ਹਾਂ ਗੁਰੂ ਜੀ ਇਸ ਪੰਕਤੀ ਦੇ ਰਾਹੀਂ ਕਿਤੇ ਨਾ ਕਿਤੇ ਇਹ 4 ਯੁੱਗਾਂ ਦੀ ਜੋ ਗੱਲ ਹੈ ਉਹਨੂੰ ਖੰਡਿਤ ਕਰਦੇ ਹਨ। ਗੁਰਮੁਖ ਜਾਤ ਪਤ ਨਾਮੇ ਵਡਿਆਈ। ਜੋ ਗੁਰਮੁਖ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਹੀ ਆਪਣੀ ਉੱਚੀ ਜਾਤ, ਉੱਚੀ ਕੁੱਲ ਸਮਝਦਾ ਹੈ। ਪ੍ਰਮਾਤਮਾ ਦੇ ਨਾਮ ਚੋਂ ਹੀ ਇੱਜ਼ਤ ਅਤੇ ਵਡਿਆਈ ਹਾਸਲ ਕਰਦਾ ਹੈ। ਸਾਇਰ ਕੀ ਪੁੱਤਰੀ ਵਿਦਾਰ ਗਵਾਈ। ਸਾਇਰ ਕੀ ਪੁੱਤਰੀ ਇੱਥੇ ਮਾਇਆ ਦੇ ਲਈ ਵਰਤਿਆ ਗਿਆ ਹੈ। ਇੱਕ ਪ੍ਰਚਲਿਤ ਵਿਚਾਰ ਦੇ ਅਨੁਸਾਰ ਦੇਵਤਿਆਂ ਨੇ ਸਮੁੰਦਰ ਨੂੰ ਰਿੜਕ ਕੇ ਮਾਇਆ ਪੈਦਾ ਕੀਤੀ, ਤੇ ਇਸੇ ਲਈ ਇਸ ਪੰਕਤੀ ਦੇ ਵਿੱਚ ਮਾਇਆ ਨੂੰ ਸਾਇਰ ਕੀ ਪੁੱਤਰੀ ਭਾਵ ਸਮੁੰਦਰ ਦੀ ਪੁੱਤਰੀ ਕਿਹਾ ਗਿਆ ਹੈ। ਸਾਇਰ ਕੀ ਪੁੱਤਰੀ ਵਿਦਾਰ ਗਵਾਈ ਕਿ ਜੋ ਗੁਰਮੁਖ ਹੈ ਮਾਇਆ ਨੂੰ ਕੱਟ ਕੇ ਆਪਣੇ ਜੀਵਨ ਦੇ ਵਿੱਚੋਂ ਵੱਖਰਾ ਕਰ ਦਿੰਦਾ ਹੈ। ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਹੇ ਨਾਨਕ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਹਰ ਪ੍ਰਕਾਰ ਦੀ ਚਤੁਰਾਈ, ਹਰ ਪ੍ਰਕਾਰ ਦੇ ਕਰਮਕਾਂਡ ਝੂਠੇ ਹਨ। ਉਹ ਸਾਨੂੰ ਉਸ ਪ੍ਰਮਾਤਮਾ ਦੇ ਵੱਲ ਨਹੀਂ ਲੈ ਕੇ ਜਾਂਦੇ। ਗੌੜੀ ਮਹਿਲਾ ਤੀਜਾ। ਇਸ ਯੁੱਗ ਕਾ ਧਰਮ ਪੜੋ ਤੁਮ ਭਾਈ,
ਪੂਰੈ ਗੁਰ ਸਭ ਸੋਝੀ ਪਾਈ, ਐਥੈ ਅੱਗੈ ਹਰ ਨਾਮ ਸਖਾਈ। ਕਿ ਹੇ ਭਾਈ ਤੂੰ ਇਸ ਜਨਮ ਦਾ ਧਰਮ ਪੜ੍ਹ, ਇਸ ਮਨੁੱਖੇ ਜਨਮ ਦਾ ਧਰਮ ਪੜ੍ਹ, ਉਹ ਪੜ੍ਹ ਜੋ ਤੈਨੂੰ ਇਹ ਮਨੁੱਖਾ ਜਨਮ ਸਫਲ ਕਰਨ ਦੇ ਵਿੱਚ ਮਦਦ ਕਰ ਸਕੇ। ਪੂਰੇ ਗੁਰੂ ਨੇ ਇਹ ਸੋਝੀ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਇੱਥੇ ਤੇ ਅੱਗੇ ਸਾਡਾ ਸਹਾਈ ਬਣਦਾ ਹੈ, ਸਾਡਾ ਸਾਥੀ ਬਣਦਾ ਹੈ। ਇਸ ਪੰਕਤੀ ਦੇ ਵਿੱਚ ਜੋ ਇੱਥੇ ਤੇ ਅੱਗੇ ਸ਼ਬਦਾਂ ਦੇ ਅਰਥ ਨੇ ਉਹ ਮੌਤ ਤੋਂ ਪਹਿਲਾਂ ਤੇ ਮੌਤ ਤੋਂ ਬਾਅਦ ਵਾਲੇ ਬਣਦੇ ਹੋਏ ਜਾਪਦੇ ਹਨ। ਲੋਕ ਪਰਲੋਕ, ਨਰਕ ਸਵਰਗ, ਜਨਮ ਮਰਨ ਦੀਆਂ ਜੋ ਦੋ ਪਰਿਭਾਸ਼ਾਵਾਂ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਇਸ ਪੰਕਤੀ ਦੇ ਵਿੱਚ ਜੋ ਦੂਸਰੇ ਵਾਲੀ ਪਰਿਭਾਸ਼ਾ ਹੈ ਕਿ ਜੋ ਲੋਕ ਹੈ ਉਹ ਇਹ ਦੁਨੀਆ ਹੈ, ਇਹ ਸੰਸਾਰ ਹੈ, ਸਾਡਾ ਜੀਵਨ ਮੌਤ ਤੋਂ ਪਹਿਲਾਂ ਵਾਲਾ ਤੇ ਪ੍ਰਲੋਕ ਮੌਤ ਤੋਂ ਬਾਅਦ ਵਾਲਾ। ਇੱਥੇ ਅੱਗੇ ਤੋਂ ਇਹੀ ਭਾਵ ਜਾਪਦਾ ਹੈ ਕਿ ਇੱਥੇ ਤੋਂ ਭਾਵ ਇਹ ਜੋ ਸਾਡਾ ਮਨੁੱਖਾ ਜੀਵਨ ਹੈ ਤੇ ਅੱਗੇ ਤੋਂ ਭਾਵ ਸਾਡੀ ਮੌਤ ਤੋਂ ਬਾਅਦ ਅਸੀਂ ਜਿਸ ਪ੍ਰਕਾਰ ਦੇ ਵੀ ਜੀਵਨ ਦੇ ਵਿੱਚ ਜਾਣਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਉਹਨਾਂ ਦੋਨਾਂ ਹੀ ਸਥਿਤੀਆਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਸਾਡਾ ਸਹਾਈ ਬਣਦਾ ਹੈ। ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ ਰਹਾਓ। ਕਿ ਹੇ ਭਾਈ ਉਸ ਪ੍ਰਮਾਤਮਾ ਦਾ ਨਾਮ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਪੜ੍ਹ, ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਦਾ ਵਿਚਾਰ ਕਰ। ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਉਤਾਰ। ਵਾਦ ਵਿਰੋਧ ਨਾ ਪਾਇਆ ਜਾਏ। ਕਹਿੰਦੇ ਉਸ ਪ੍ਰਮਾਤਮਾ ਨੂੰ ਨਾ ਹੀ ਤਾਂ ਕਿਸੇ ਪ੍ਰਕਾਰ ਦੀ ਧਾਰਮਿਕ ਬਹਿਸ ਦੇ ਵਿੱਚੋਂ ਪਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਦੂਸਰੇ ਧਰਮ ਦਾ ਖੰਡਨ ਕਰਕੇ ਪਾਇਆ ਜਾ ਸਕਦਾ ਹੈ। ਮਨ ਤਨ ਫੀਕਾ ਦੂਜੈ ਭਾਈ। ਇਸ ਦੂਜੇ ਮੋਹ ਦੇ ਵਿੱਚ ਪਿਆ ਮਨ ਅਤੇ ਤਨ ਫਿੱਕਾ ਹੁੰਦਾ ਹੈ, ਆਤਮਿਕ ਜੀਵਨ ਵੱਲੋਂ ਸੱਖਣਾ ਹੁੰਦਾ ਹੈ। ਗੁਰ ਕੈ ਸ਼ਬਦ ਸੱਚ ਲਿਵ ਲਾਏ। ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਉਸ ਸੱਚੇ ਪ੍ਰਮਾਤਮਾ ਦੇ ਨਾਲ ਲਿਵ ਜੋੜਨੀ ਚਾਹੀਦੀ ਹੈ। ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ। ਇਹ ਜੋ ਸੰਸਾਰ ਹੈ ਹਉਮੈ ਦੀ ਮੈਲ ਦੇ ਵਿੱਚ ਮਲੀਨ ਹੈ। ਮਨੁੱਖ ਦੇ ਉੱਪਰ ਹਉਮੈ ਦੀ ਮੈਲ ਚੜੀ ਹੋਈ ਹੈ। ਨਿਤ ਤੀਰਥਾਂ ਦੇ ਉੱਪਰ ਨਹਾਉਣ ਵੀ ਜਾਂਦਾ ਹੈ, ਪਰ ਕਹਿੰਦੇ ਇਹ ਹੰਕਾਰ ਦੀ ਜੋ ਮੈਲ ਹੈ ਇਹ ਤਾਂ ਵੀ ਨਹੀਂ ਉਤਰਦੀ, ਕਿਉਂਕਿ ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਗੁਰੂ ਦੀ ਸੇਵਾ ਕੀਤਿਆਂ, ਗੁਰੂ ਦੇ ਸਨਮੁਖ ਹੋਏ ਬਿਨਾ ਆਤਮਿਕ ਮੌਤ ਸਾਨੂੰ ਖੁਆਰ ਕਰਦੀ ਰਹਿੰਦੀ ਹੈ। ਗੁਰੂ ਦੇ ਸਨਮੁਖ ਹੋਏ ਬਿਨਾ ਆਪਣੇ ਅੰਦਰੋਂ ਅਹੰਕਾਰ ਨੂੰ ਦੂਰ ਕਰਨਾ ਮੁਸ਼ਕਲ ਹੈ। ਸੋ ਜਨ ਸਾਚਾ ਜੇ ਹਉਮੈ ਮਾਰੈ। ਕਹਿੰਦੇ ਸਮਝ ਲਵੋ ਕਿ ਉਹ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਜਿਸ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ। ਗੁਰ ਕੈ ਸ਼ਬਦ ਪੰਚ ਸੰਘਾਰੈ। ਜਿਹਨੇ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਅੰਦਰੋਂ ਪੰਜੋਂ ਵਿਕਾਰਾਂ ਨੂੰ ਮਾਰ ਮੁਕਾਇਆ। ਆਪ ਤਰੈ ਸਗਲੇ ਕੁਲ ਤਾਰੈ। ਤੇ ਅਜਿਹਾ ਮਨੁੱਖ ਆਪ ਤਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੀ ਹੈ, ਬਲਕਿ ਆਪਣੀਆਂ ਸਭਨਾ ਕੁੱਲਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵ ਲਾਈ। ਜਿਸ ਪ੍ਰਕਾਰ ਕੋਈ ਨਾਟਕਕਾਰ ਬਾਜ਼ੀ ਪਾਉਂਦਾ ਹੈ ਤੇ ਲੋਕ ਉਹਦਾ ਤਮਾਸ਼ਾ ਦੇਖਣ ਦੇ ਲਈ ਇਕੱਠੇ ਹੋ ਜਾਂਦੇ ਹਨ, ਗੁਰੂ ਜੀ ਕਹਿੰਦੇ ਕਿ ਉਸ ਪ੍ਰਮਾਤਮਾ ਨੇ ਇਹ ਮਾਇਆ ਮੋਹ ਦੀ ਬਾਜ਼ੀ ਉਸੇ ਪ੍ਰਕਾਰ ਹੀ ਪਾਈ ਹੋਈ ਹੈ ਤੇ ਜੋ ਮਨੁੱਖ ਹਨ ਉਹ ਇਸ ਜਗਤ ਤਮਾਸ਼ੇ ਨੂੰ ਵੇਖਦੇ ਰਹਿੰਦੇ ਹਨ। ਮਨਮੁਖ ਅੰਧ ਰਹੇ ਲਪਟਾਈ। ਮਨਮੁਖ ਮਨੁੱਖ ਜੋ ਇਸ ਜਗਤ ਤਮਾਸ਼ੇ ਦੀ ਚਕਾਚੌਂਧ ਕਰਕੇ ਅੰਨ੍ਹਿਆ ਹੋ ਜਾਂਦਾ ਹੈ, ਉਹ ਇਸ ਜਗਤ ਤਮਾਸ਼ੇ ਦੇ ਨਾਲ ਚੰਬੜਿਆ ਰਹਿੰਦਾ ਹੈ। ਤੇ ਗੁਰਮੁਖ ਅਲਿਪਤ ਰਹੇ ਲਿਵ ਲਾਈ। ਜੋ ਗੁਰਮੁਖ ਹੈ ਉਹ ਇਸ ਜਗਤ ਤਮਾਸ਼ੇ ਦੀ ਚਕਾਚੌਂਧ ਵੱਲੋਂ ਅਲਿਪਤ ਰਹਿ ਕੇ ਉਸ ਪ੍ਰਮਾਤਮਾ ਦੇ ਨਾਲ ਲਿਵ ਜੋੜੀ ਰੱਖਦਾ ਹੈ। ਉਹ ਬਹੁਤਾ ਨਹੀਂ ਸੋਚਦਾ ਇਸ ਚਕਾਚੌਂਧ ਦੇ ਬਾਰੇ,
ਉਹ ਇਸ ਚਕਾਚੌਂਧ ਦਾ ਹਿੱਸਾ ਬਣਨ ਦੇ ਲਈ ਤਤਪਰ ਨਹੀਂ ਹੁੰਦਾ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜੀ ਹਾਰੀ। ਕਈ ਧਾਰਮਿਕ ਮਨੁੱਖ ਬਹੁ ਪ੍ਰਕਾਰ ਦੇ ਧਾਰਮਿਕ ਭੇਖ ਰਚਦੇ ਹਨ, ਧਾਰਮਿਕ ਪਹਿਰਾਵੇ ਪਾਉਂਦੇ ਹਨ ਤੇ ਅਜਿਹਾ ਕਰਕੇ ਹੀ ਆਪਣੇ ਆਪ ਨੂੰ ਧਾਰਮਿਕ ਸਮਝ ਬੈਠਦੇ ਹਨ, ਪਰ ਉਹਨਾਂ ਦੇ ਅੰਦਰ ਬਹੁਤ ਸਾਰੀਆਂ ਤ੍ਰਿਸ਼ਨਾਵਾਂ ਹੁੰਦੀਆਂ ਹਨ ਤੇ ਹੰਕਾਰ ਦੇ ਵਿੱਚ ਉਹ ਫਸੇ ਹੁੰਦੇ ਹਨ। ਗੁਰੂ ਜੀ ਕਹਿੰਦੇ ਕਿ ਜਦ ਤੱਕ ਤੁਸੀਂ ਆਪਣੇ ਜੀਵਨ ਨੂੰ ਨਹੀਂ ਪਰਖਦੇ, ਉਦੋਂ ਤੱਕ ਤੁਸੀਂ ਮਨੁੱਖੀ ਜਨਮ ਦੀ ਬਾਜੀ ਨੂੰ ਹਾਰਦੇ ਹੀ ਰਹਿੰਦੇ ਹੋ। ਅੱਗੇ ਫਿਰ ਕਹਿੰਦੇ ਹਨ, ਕਾਪੜ ਪਹਿਰ ਕਰੇ ਚਤੁਰਾਈ। ਧਾਰਮਿਕ ਪਹਿਰਾਵੇ ਪਹਿਨ ਕੇ ਚਤੁਰਾਈ ਦੀਆਂ ਗੱਲਾਂ ਕਰਦਾ ਹੈ। ਮਾਇਆ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਧਾਰਮਿਕ ਪਹਿਰਾਵੇ ਪਹਿਨ ਕੇ ਚਤੁਰਾਈ ਦੀਆਂ ਗੱਲਾਂ ਕਰਦਾ ਹੈ, ਪਰ ਅਸਲ ਦੇ ਵਿੱਚ ਮਾਇਆ ਮੋਹ ਦੇ ਕਾਰਨ ਭਟਕਣਾ ਦੇ ਵਿੱਚ ਪਿਆ ਹੁੰਦਾ ਹੈ। ਗੁਰੂ ਜੀ ਕਹਿੰਦੇ ਕਿ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਗੁਰੂ ਦੀ ਸੇਵਾ ਕੀਤੇ ਬਿਨਾ ਮਨੁੱਖ ਬੜੇ ਦੁੱਖ ਸਹਾਰਦਾ ਹੈ। ਨਾਮ ਰਤੇ ਸਦਾ ਵੈਰਾਗੀ, ਗ੍ਰਹਿ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੈ ਸੇਵ ਭਾਗੀ। ਜਿਹੜੇ ਉਸ ਪ੍ਰਮਾਤਮਾ ਦੇ ਨਾਮ ਰੰਗ ਦੇ ਨਾਲ ਰੰਗੇ ਹੋਏ ਨੇ, ਉਹ ਸਦਾ ਹੀ ਵਿਰਾਗਮਾਨ ਰਹਿੰਦੇ ਹਨ। ਉਹਨਾਂ ਦੇ ਅੰਤਰ ਹਿਰਦੇ ਘਰ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਲਿਵ ਲੱਗੀ ਰਹਿੰਦੀ ਹੈ। ਉਹ ਦੁਨੀਆ ਦੇ ਵਿੱਚ ਵਿਚਰਦੇ ਹੋਏ ਵੀ ਉਸ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਨ। ਹੇ ਨਾਨਕ, ਇਹ ਆਖ ਕਿ ਜੋ ਮਨੁੱਖ ਸਤਿਗੁਰ ਦੀ ਦੱਸੀ ਹੋਈ ਸੇਵਾ ਕਰਦਾ ਹੈ, ਉਹ ਬੜੇ ਭਾਗਾਂ ਵਾਲਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 230ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਜੋ ਗੁਰੂ ਜੀ ਨੇ ਪੰਡਤ ਨੂੰ ਨਸੀਹਤਾਂ ਕੀਤੀਆਂ ਹਨ ਕਿ ਦੁਨਿਆਵੀ ਕਰਮਕਾਂਡ ਦੇ ਵਿੱਚੋਂ ਨਿਕਲ ਕੇ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ, ਉਹ ਬਹੁਤ ਹੀ ਵਧੀਆ ਸਿੱਖਿਆਵਾਂ ਹਨ ਜੋ ਸਾਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਹਨ ਕਿ ਅਸੀਂ ਅਸਲ ਦੇ ਵਿੱਚ ਉਸ ਪ੍ਰਮਾਤਮਾ ਦੀ ਹਸਤੀ ਨੂੰ, ਉਹਦੀ ਵਡਮੁੱਲਤਾ ਨੂੰ ਪਛਾਣ ਸਕੀਏ। ਅਸਲ ਦੇ ਵਿੱਚ ਉਸ ਪ੍ਰਮਾਤਮਾ ਨੂੰ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਸਦਾ ਹੋਇਆ ਮਹਿਸੂਸ ਕਰ ਸਕੀਏ ਤੇ ਧਾਰਮਿਕ ਕਰਮਕਾਂਡਾਂ ਤੋਂ ਬਚ ਸਕੀਏ, ਕਿਉਂਕਿ ਇਹ ਧਾਰਮਿਕ ਕਰਮਕਾਂਡ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਨਹੀਂ ਬਲਕਿ ਦੁਨਿਆਵੀ ਮੋਹ ਦੇ ਨਾਲ ਹੀ ਜੋੜਦੇ ਹਨ। ਕੋਈ ਵੀ ਮਨੁੱਖ ਕੋਈ ਵੀ ਧਾਰਮਿਕ ਕਰਮਕਾਂਡ ਜਦੋਂ ਕਰਦਾ ਹੈ ਤਾਂ ਉਹਦੇ ਪਿੱਛੇ ਉਹਦੀ ਕੋਈ ਨਾ ਕੋਈ ਲਾਲਸਾ ਜ਼ਰੂਰ ਹੁੰਦੀ ਹੈ, ਕੋਈ ਮਨੋਕਾਮਨਾ ਨੂੰ ਲੈ ਕੇ ਹੀ ਉਹ ਧਾਰਮਿਕ ਕਰਮਕਾਂਡ ਕਰਦਾ ਹੈ, ਧਾਰਮਿਕ ਕਾਰਜ ਕਰਦਾ ਹੈ ਕਿ ਜੇਕਰ ਮੈਂ ਇਹ ਧਾਰਮਿਕ ਕਾਰਜ ਕਰਾਂ ਤਾਂ ਮੇਰੀ ਉਹ ਮਨੋਕਾਮਨਾ ਪੂਰੀ ਹੋ ਜਾਵੇ। ਤਾਂ ਉੱਥੇ ਅਸੀਂ ਪ੍ਰਮਾਤਮਾ ਨਾਲ ਨਹੀਂ ਬਲਕਿ ਦੁਨਿਆਵੀ ਲਾਲਸਾਵਾਂ ਦੇ ਨਾਲ ਜੁੜ ਰਹੇ ਹਾਂ ਤੇ ਬਾਣੀ ਸਾਨੂੰ ਪ੍ਰਮਾਤਮਾ ਦੇ ਨਾਲ ਜੁੜਨ ਦਾ ਸੰਦੇਸ਼ ਦਿੰਦੀ ਹੈ। ਆਓ ਕੋਸ਼ਿਸ਼ ਕਰੀਏ ਇਹਨਾਂ ਸਿੱਖਿਆਵਾਂ ਦੇ ਉੱਤੇ ਕੰਮ ਕਰਨ ਦੀ, ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣ ਦੀ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ। ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।